ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ। ਮੇਰਾ ਨਾਮ ਹੈ ਫਨਕਾਰ ਤੇ ਰੇਸ ਅਕੈਡਮੀ ਆਫੀਸ਼ੀਅਲ 'ਤੇ ਤੁਹਾਡਾ ਸਵਾਗਤ ਹੈ ਭਾਈ। ਸੋ ਬਹੁਤ ਵਧੀਆ, ਆਪਣੇ ਰਿਜ਼ਲਟ ਆਉਣ ਤੋਂ ਬਾਅਦ ਆਪਾਂ ਫਿਰ ਤੋਂ ਇੱਕ ਆਫਲਾਈਨ ਟੈਸਟ ਸੀਰੀਜ਼ ਦੁਬਾਰਾ ਤੋਂ ਕੰਟੀਨਿਊ ਕਰ ਰਹੇ ਹਾਂ। ਹਾਲਾਂਕਿ ਇਹ ਡਿਸਕੰਟੀਨਿਊ ਕਰਤੀ ਸੀ ਕਿਉਂਕਿ ਆਹ ਪਿਛਲਾ ਮਹੀਨਾ ਜਿਹੜਾ ਤੁਹਾਡਾ ਹੈਗਾ ਪੇਪਰਾਂ ਦੇ ਵਿੱਚ ਹੀ ਨਿਕਲੇਗਾ। ਸੋ ਹੁਣ ਤੋਂ ਦੁਬਾਰਾ ਤੋਂ ਜਿਹੜੇ PSSB ਦੇ ਪੇਪਰ ਨਿਕਲਣੇ ਸੀ ਨਿਕਲ ਗਏ, ਜਿਵੇਂ 16 ਨੂੰ ਵੀ ਹੈ ਜਿਹੜਾ ਪੇਪਰ ਹੋਣਾ ਤੁਹਾਡਾ ਉਹ ਵੀ ਨਿਕਲ ਜੂਗਾ। ਯਾਨੀ ਫਰਦਰ ਜਿਹੜੇ ਐਗਜ਼ਾਮ ਆ, ਜਿਵੇਂ ਤੁਹਾਡਾ ਵੀਡੀਓ ਦਾ ਐਗਜ਼ਾਮ ਹੋ ਸਕਦਾ ਜਾਂ PSSB ਦੇ ਅੰਡਰ ਹੋਰ ਐਗਜ਼ਾਮ ਜਿਵੇਂ ਐਕਸਾਈਜ਼ ਇੰਸਪੈਕਟਰ, ਇਲੈਕਸ਼ਨ ਕਨਗੋ ਜਾਂ ਫੂਡ ਇੰਸਪੈਕਟਰ, ਕੋਈ ਵੀ ਪੇਪਰ ਆ ਸਕਦਾ ਤਾਂ ਉਹਨਾਂ ਦੀ ਤੁਸੀਂ ਕਿਵੇਂ ਤਿਆਰੀ ਕਰ ਸਕਦੇ ਹੋ। ਬੇਸਿਕਲੀ ਨੌਲੇਜ ਤਾਂ ਦੇਖੋ ਬਹੁਤ ਜਾਣੇ ਨੇ ਇਕੱਠੀ ਕਰ ਰੱਖੀ, ਜਿਵੇਂ ਮੈਂ ਥੰਬਨੇਲ ਦੇ ਵਿੱਚ ਵੀ ਲਿਖਿਆ ਕਿ 1-2 ਨੰਬਰ ਦੀ ਜੇਕਰ ਮਾਰ ਖਾ ਰਹੇ ਹੋ ਤਾਂ ਆ ਜਾਓ। 1-2 ਨੰਬਰ ਦੀ ਨਹੀਂ, ਚਾਹੇ ਤੁਸੀਂ 10 ਨੰਬਰਾਂ ਦੀ ਮਾਰ ਖਾਣੇ ਹੋ ਚਾਹੇ 15 ਦੀ। ਯਾਨੀ ਕਹਿਣ ਦਾ ਮਤਲਬ ਥੋੜੇ ਜਿਹੇ ਨੰਬਰਾਂ ਤੇ ਜੇਕਰ ਮਾਰ ਪੈ ਰਹੀ ਆ ਤਾਂ ਆਪਾਂ ਉਸ ਮਾਰ ਨੂੰ ਕੰਪਲੀਟ ਕਿਵੇਂ ਕਰ ਸਕਦੇ ਹਾਂ। ਯਾਨੀ ਕਹਿਣ ਦਾ ਮਤਲਬ ਕੀ ਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਪੇਪਰ ਕਰੈਕ ਕਰ ਸਕਦੇ ਹਾਂ। ਜਿਹੜੀ ਨੌਲੇਜ ਤੁਸੀਂ ਇਕੱਠੀ ਕਰ ਰੱਖੀ ਆ ਉਸ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਇੰਪਲੀਮੈਂਟ ਕਰ ਸਕਦੇ ਹਾਂ, ਉਹਦਾ ਨਾਮ ਹੈ ਟੈਸਟ ਸੀਰੀਜ਼। ਤੇ ਜੇਕਰ ਟੈਸਟ ਸੀਰੀਜ਼ ਦਾ ਨਾਮ ਪੁੱਛਣਾ ਹੋਵੇ ਤਾਂ ਬਸ ਉਹਦਾ ਨਾਮ ਹੈ ਰੇਸ ਅਕੈਡਮੀ ਆਫੀਸ਼ੀਅਲ, ਏ ਹਾਊਸ ਆਫ ਕੰਪੀਟੀਟਿਵ ਐਗਜ਼ਾਮਸ, ਜਿਹੜਾ ਉਹ ਟੇਢਾ ਜਿਹਾ ਕਰਕੇ ਲਿਖਿਆ ਹੋਇਆ। ਚਲੋ ਖੈਰ, ਤਾਂ ਬੇਸਿਕਲੀ ਤੁਸੀਂ ਜੇਕਰ ਇਸ ਅਕੈਡਮੀ ਆਪਣੀ ਅਕੈਡਮੀ ਯਾਨੀ ਕਿ ਆ ਕੇ ਟੈਸਟ ਦੇਣਾ ਚਾਹੁੰਦੇ ਹੋ ਤਾਂ ਇਹਨੂੰ ਮੈਂ ਪ੍ਰੋਪਰ ਤਰੀਕੇ ਦੇ ਨਾਲ ਸਮਝਾਉਣ ਵਾਲਾ ਸਟਰਕਚਰ, ਬਹੁਤ ਵਧੀਆ ਤੇ ਬਹੁਤ ਨੋਮੀਨਲ ਚਾਰजेस ਦੇ ਵਿੱਚ ਤੁਸੀਂ ਇਹ ਟੈਸਟ ਸੀਰੀਜ਼ ਲੈ ਸਕਦੇ ਹੋ। ਐਂਡ ਇਹਦੇ ਨਾਲ ਕਿੰਨਾ ਕੁਝ ਮਿਲੂਗਾ ਉਹ ਤੁਸੀਂ ਯਕੀਨ ਕਰੋਗੇ ਤਾਂ ਮੰਨੀਏ। ਚਲੋ ਖੈਰ, ਤਾਂ ਆਪਾਂ ਕਰਦੇ ਹਾਂ ਬੇਸਿਕਲੀ ਜਲਦੀ ਤੋਂ ਜਲਦੀ ਭਾਈ। ਤਾਂ ਪਹਿਲਾ ਜੇਕਰ ਮੈਂ ਓਵਰਵਿਊ ਦੱਸਾਂ ਤਾਂ ਪਹਿਲੀ ਗੱਲ ਤਾਂ ਹੈ ਵੀਡੀਓ ਐਗਜ਼ਾਮ 2023 ਵਾਸਤੇ ਮੈਂ ਤਾਂ ਲਿਖਤਾ ਬੇਸਿਕਲੀ ਆਪਾਂ ਇਸ ਨੂੰ ਡੈਡੀਕੇਟ ਕਰਦੇ ਹਾਂ। ਹਾਲਾਂਕਿ ਵੀਡੀਓ ਦੇ ਨਾਲ ਨਾਲ ਜੇਕਰ ਕੋਈ ਹੋਰ ਵੀ ਪੇਪਰ PSSB ਦੇ ਅੰਡਰ ਨਿਕਲਦਾ, ਕਿਉਂਕਿ ਜਿਹੜਾ ਸਿਲੇਬਸ ਹੈ ਬੇਸਿਕਲੀ ਉਹ ਸਾਰਾ ਲਗਭਗ ਕਾਮਨ ਹੈ, ਰਾਈਟ। ਸੋ ਉਸੇ ਤਰੀਕੇ ਦੀ ਟੈਸਟ ਸੀਰੀਜ਼ ਬਣੂਗੀ ਜਿਵੇਂ ਤੁਹਾਡਾ ਐਕਚੁਅਲ ਪੇਪਰ 100 ਨੰਬਰ ਦਾ ਜਾਂ 120 ਨੰਬਰ ਦਾ ਆਉਂਦਾਗਾ, ਰਾਈਟ। ਸੋ ਭਾਈ PSSB ਕੋਰਸ ਜਾਂ ਕਹਿ ਲਓ ਇਹਨੂੰ ਟੈਸਟ ਸੀਰੀਜ਼ ਕਹਿ ਲਓ, ਵਿਲੇਜ ਡਿਵੈਲਪਮੈਂਟ ਜੋ ਤੁਹਾਡਾ ਆਰਗੇਨਾਈਜ਼ਰ ਹੈ ਜਾਂ ਫਿਰ ਐਕਸਾਈਜ਼ ਇੰਸਪੈਕਟਰ ਹੈ ਜਾਂ ਫਿਰ ਇਹਦੇ ਨਾਲ ਹੋਰ ਐਡ ਕਰ ਲਓ, ਚਾਹੇ ਫਿਰ ਉਹ ਇਲੈਕਸ਼ਨ ਕਨਗੋ ਹੈ ਜਾਂ ਕੁਝ ਵੀ ਆ, ਰਾਈਟ। ਸੋ ਬੇਸਿਕਲੀ ਆਪਾਂ ਇਸ ਨੂੰ ਟਾਰਗੇਟ ਕਰਕੇ ਕਰਾਂਗੇ। ਆ ਜਿਹੜੇ ਮੈਂ 4 ਪੁਆਇੰਟ ਲਿਖੇ ਆ, ਇਹ 4 ਪੁਆਇੰਟ ਹੀ ਹੈ ਜਿਹੜੇ ਸਿਲੈਕਸ਼ਨ ਦਿਵਾਉਂਦੇ ਨੇ। ਇਹ 4 ਪੁਆਇੰਟ ਨੂੰ ਮੈਂ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦਾ। 5/7 ਯਾਨੀ 5/7 ਮੌਕ ਟੈਸਟ ਦਾ ਮਤਲਬ ਕੀ ਆ ਕਿ ਹਫਤੇ ਦੇ ਵਿੱਚ ਕਿੰਨੇ ਦਿਨ ਹੁੰਦੇ ਆ? 7 ਦਿਨ। ਹਫਤੇ ਦੇ ਵਿੱਚ 5 ਮੌਕ ਟੈਸਟ ਹੋਣਗੇ ਤੁਹਾਡੇ। ਇਹ 5 ਮੌਕ ਟੈਸਟ ਕਿਵੇਂ ਹੁੰਦੇ ਆ? ਜਿਵੇਂ ਬੁੱਧਵਾਰ ਦੀ ਛੁੱਟੀ ਹੁੰਦੀ ਆ ਜਾਂ ਫਿਰ ਸ਼ਨੀਵਾਰ ਦੀ ਛੁੱਟੀ ਹੁੰਦੀ ਆ ਜਾਂ ਕਦੇ ਕਦੇ ਸੋਮਵਾਰ ਦੀ ਵੀ ਛੁੱਟੀ ਹੋ ਸਕਦੀ ਆ। ਕਿਸੇ ਤਰੀਕੇ ਦੇ ਨਾਲ ਆਪਾਂ 5 ਦਿਨ ਪੂਰੇ ਲਾਵਾਂਗੇ, ਰਾਈਟ। ਯਾਨੀ ਕਹਿਣ ਦਾ ਮਤਲਬ ਕੀ ਆ ਕਿ ਆਬਵੀਅਸ ਗੱਲ ਆ, ਇਕੱਲੇ ਮੌਕ ਟੈਸਟ ਵੀ ਨਹੀਂ ਹੁੰਦਾ ਨਾ, ਪੜ੍ਹਨਾ ਵੀ ਤਾਂ ਹੁੰਦਾ, ਪੜ੍ਹ ਕੇ ਹੀ ਤਾਂ ਮੌਕ ਟੈਸਟ ਲਗਾਵਾਂਗੇ। ਤੁਹਾਡਾ ਹਰ ਵੀਕ ਜਿਹੜਾ ਹੈਗਾ, ਯਾਨੀ ਤੁਸੀਂ ਐ ਮੰਨੋ ਵੀ ਹਰ ਵੀਕ ਤੁਹਾਡਾ ਜਿਹੜਾ ਯਾਨੀ ਕਹਿਣ ਦਾ ਮਤਲਬ ਕੀ ਕਹਿੰਦੇ ਉਹਨਾਂ ਨੂੰ, ਸ਼ਡਿਊਲ ਆ ਜਿਹੜਾ, ਬੇਸਿਕਲੀ ਟਾਈਮ ਟੇਬਲ ਆ ਜਿਹੜਾ, ਉਹ ਹਰ ਵੀਕ ਨਵਾਂ ਬਣੂਗਾ। ਨੋਟਿਸ ਬੋਰਡ ਤੇ ਲੱਗ ਜਾਂਦਾ ਵੀ ਭਾਈ, ਜਾਂ WhatsApp ਗਰੁੱਪ ਬਣਿਆ ਹੋਇਆ, ਉਸ ਗਰੁੱਪ ਦੇ ਵਿੱਚ ਚਲਾਇਆ ਜਾਂਦਾ ਕਿ ਅਗਲੇ ਵੀਕ ਤੁਹਾਡਾ ਆਹ ਟੈਸਟ ਹੈ। ਫੋਰ ਐਗਜ਼ਾਮਪਲ ਇਸ ਦਿਨ ਫੁੱਲ ਮੌਕ ਟੈਸਟ ਹੈ, ਇਸ ਦਿਨ ਤੁਹਾਡਾ ਸੈਕਸ਼ਨਲ ਟੈਸਟ ਹੈ। ਫੋਰ ਐਗਜ਼ਾਮਪਲ ਸੈਕਸ਼ਨਲ ਦੇ ਵਿੱਚ ਕਹਿ ਲਓ ਕਿ ਜਨਵਰੀ ਦੇ ਕਰੰਟ ਅਫੇਅਰ ਦਾ ਟੈਸਟ ਆ, ਮਈ ਦੇ ਕਰੰਟ ਅਫੇਅਰ ਦਾ ਟੈਸਟ ਆ, ਨਾਲ ਰੇਸ਼ੋ ਪ੍ਰਪੋਰਸ਼ਨ ਚੈਪਟਰ ਦਾ ਟੈਸਟ ਆ, ਨਾਲ ਪਰਸੈਂਟੇਜ ਦਾ ਟੈਸਟ ਆ, ਨਾਲ ਮੈਂਸੂਰੇਸ਼ਨ ਦਾ ਟੈਸਟ ਆ, ਕੁਝ ਟੌਪਿਕ ਦੱਸਦੇ, ਨਾਲ ਕੁਝ ਸਟੈਟਿਕ ਜੀਕੇ ਦਾ ਟੈਸਟ ਆ, ਕਦੇ ਕਦੇ ਇਕੱਲੀ ਪੰਜਾਬੀ ਦਾ ਟੈਸਟ ਆ, ਕਦੇ ਕਦੇ ਇਕੱਲੇ ਪੰਜਾਬ ਜੀਕੇ ਦਾ ਟੈਸਟ ਆ, ਕਦੇ ਕਦੇ ਪੰਜਾਬ ਜੀਕੇ ਦੇ ਵਿੱਚ ਕੁਝ ਟੌਪਿਕ ਦਾ ਟੈਸਟ ਆ। ਸੋ ਬੇਸਿਕਲੀ ਉਹ ਸ਼ਡਿਊਲ ਆ ਜਿਹੜਾ, ਇਹ ਹਰ ਸ਼ਡਿਊਲ ਨਵਾਂ ਹੋਊਗਾ। ਉਹ ਕਿਹਨੇ ਬਣਾਉਣਾ? ਮੈਂ ਬਣਾਉਣਾ। ਪੇਪਰ ਵੀ ਮੈਂ ਹੀ ਬਣਾਉਣਾ, ਸ਼ਡਿਊਲ ਵੀ ਮੈਂ ਹੀ ਬਣਾਉਂਗਾ। ਸੋ ਕਹਿਣ ਦਾ ਮਤਲਬ ਸਿਰਫ ਇਹ ਆ ਕਿ ਤੁਹਾਡਾ ਕੰਮ ਜਿਹੜਾ ਤੁਹਾਨੂੰ ਸ਼ਡਿਊਲ ਮਿਲਿਆ ਉਸ ਮੁਤਾਬਕ ਟੈਸਟ ਦੀ ਤਿਆਰੀ ਕਰਨੀ ਹੈ ਤੇ ਉਹਨੂੰ ਇੰਪਲੀਮੈਂਟ ਕਰਨਾਗਾ। ਕਿਉਂਕਿ ਆਬਵੀਅਸ ਗੱਲ ਆ, ਜੇਕਰ ਤੁਸੀਂ ਉਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਹੌਲੀ ਹੌਲੀ ਕਾਮਯਾਬ ਹੋਣ ਲੱਗੇ ਤਾਂ ਜਿਹੜਾ ਐਕਚੁਅਲ ਪੇਪਰ ਆਊਗਾ ਤੁਹਾਨੂੰ ਲੱਗੂਗਾ ਕਿ ਹਾਂ ਯਾਰ ਸਾਨੂੰ ਤਾਂ ਆਦਤ ਹੀ ਇੰਨੀ ਪੈ ਗਈ ਕਿ ਐਕਚੁਅਲ ਪੇਪਰ ਵੀ ਸਾਨੂੰ ਟੈਸਟ ਵਾਂਗੂ ਲੱਗਦਾ। ਤੇ ਆਬਵੀਅਸ ਗੱਲ ਆ, ਤੁਹਾਡੀ ਕਦੇ ਨਾ ਕਦੇ ਸਿਲੈਕਸ਼ਨ ਪੱਕੀ ਹੋ ਜੂਗੀ, ਪਰ ਰੈਗੂਲਰ ਰਹਿਣਾ ਪੈਣਾ ਹੈ। ਸੋ 5/7 ਦਾ ਮਤਲਬ ਕੀ ਆ ਕਿ ਹਫਤੇ ਦੇ ਵਿੱਚ ਭਾਈ 5 ਟੈਸਟ ਤੁਹਾਡੇ ਪੱਕੇ ਹੋਣਗੇ। ਇਹ ਮੌਕ ਟੈਸਟ ਜਿਵੇਂ ਕਿ ਐਕਚੁਅਲ ਪੇਪਰ ਤੁਹਾਡਾ ਹੁੰਦਾਗਾ, ਆਬਵੀਅਸ ਗੱਲ ਹੈ ਐਕਚੁਅਲ ਪੇਪਰ ਤੁਹਾਨੂੰ OMR ਸ਼ੀਟ ਵਗੈਰਾ ਮਿਲਿਆ ਕਰਨੀ ਹੈ ਪ੍ਰੋਪਰ, ਰਾਈਟ ਆ। ਉਵੇਂ ਹੀ ਚੈੱਕ ਹੋਣਗੇ ਜਿਵੇਂ ਤੁਹਾਡੇ ਐਕਚੁਅਲ ਐਗਜ਼ਾਮ ਚੈੱਕ ਹੁੰਦੇ ਨੇ। ਸਮਝ ਲੱਗੀ ਭਾਈ? ਸੋ ਸਾਰਾ ਇਹ ਮੈਂ ਤੁਹਾਨੂੰ ਦੱਸਦਾ। ਇਸ ਤੋਂ ਬਾਅਦ ਹੁਣ ਇਹ ਟੈਸਟ ਹੋਣਗੇ ਕਿਵੇਂ ਕਿਵੇਂ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਇਹਦੇ ਵਿੱਚ ਫੁੱਲ ਮੌਕ ਟੈਸਟ ਵੀ ਹੋਊਗਾ, ਇਹਦੇ ਵਿੱਚ ਸੈਕਸ਼ਨਲ ਵਾਈਜ਼ ਵੀ ਟੈਸਟ ਹੋਣਗੇ। ਸੈਕਸ਼ਨਲ ਵਾਈਜ਼ ਤੁਹਾਨੂੰ ਮੈਂ ਦੱਸ ਦਿੱਤਾ ਕਿ ਸੈਕਸ਼ਨ ਵਾਈਜ਼ ਆਪਾਂ ਕਿਵੇਂ ਲਵਾਂਗੇ। ਕਈ ਵਾਰੀ ਹੋਲ ਸਬਜੈਕਟ ਵੀ ਹੁੰਦਾ, ਜਿਵੇਂ ਮੰਨ ਲਓ ਕਿਸੇ ਦਿਨ ਆਪਾਂ ਇਕੱਲੀ ਮਾਡਰਨ ਹਿਸਟਰੀ ਦਾ ਟੈਸਟ ਰੱਖ ਲਿਆ, ਕਦੇ ਕੋਈ ਸਟੈਟਿਕ ਜੀਕੇ ਦੇ ਕਿਸੇ ਟੌਪਿਕ ਦਾ ਟੈਸਟ ਰੱਖ ਲਿਆ। ਉਹ ਸਾਰਾ ਕੁਝ ਯਾਨੀ ਕਿ ਮੈਂ ਤੁਹਾਨੂੰ ਦੱਸਦਾ ਰਹੂੰਗਾ। ਉਹੀ ਗੱਲ ਵੀ ਇੱਕ ਟਾਈਮ ਟੇਬਲ ਬਣੂਗਾ, ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜੂਗਾ। ਐਂਡ ਜਿਹੜਾ ਸੋਲਿਊਸ਼ਨ ਆ ਉਹ ਹਰੇਕ ਟੈਸਟ ਦੇ ਨਾਲ ਮਿਲਦਾ। ਪਹਿਲਾਂ ਜਿਵੇਂ ਕਿ ਪਹਿਲਾਂ ਵਾਲੀ ਟੈਸਟ ਸੀਰੀਜ਼ ਵਿੱਚ ਮੈਂ ਦੱਸ ਦਿੰਦਾ, ਹਾਲਾਂਕਿ ਪੁਰਾਣੇ ਸਟੂਡੈਂਟ ਵੀ ਮੈਨੂੰ ਪਤਾ ਵੀ ਸੁਣਦੇ ਹੋਣਗੇ। ਪਹਿਲਾਂ ਕੀ ਹੁੰਦਾ ਸੀਗਾ ਜੀ, ਵੀ ਜਿਹੜਾ ਸੋਲਿਊਸ਼ਨ ਸੀਗਾ ਉਹ ਮੈਥ ਦਾ ਸੋਲਿਊਸ਼ਨ ਵਿੱਚ ਨਹੀਂ ਮਿਲਦਾ ਸੀ, ਪਰ ਹੁਣ ਇਸ ਨੂੰ PDF ਫਾਰਮ ਦੇ ਵਿੱਚ ਕਰਤਾ, ਕਿਉਂਕਿ ਪਹਿਲਾਂ ਹਾਰਡ ਕਾਪੀ ਦੇ ਵਿੱਚ ਸੀਗਾ। ਕਿਉਂਕਿ ਜਿਹੜਾ ਪੇਪਰ ਆ ਉਹ ਤਾਂ ਹਾਰਡ ਕਾਪੀ ਦੇ ਵਿੱਚ ਹੈਗਾ ਹੀ ਹੈਗਾ। ਸੋਲਿਊਸ਼ਨ ਦੀ, ਕਿਉਂਕਿ ਸੋਲਿਊਸ਼ਨ ਦੇ ਵਿੱਚ ਇਕੱਲੇ ਕੁਐਸਚਨ ਨੂੰ ਐਕਸਪਲੇਨ ਕਰਨਾ ਬਹੁਤ ਵੱਡੀ ਬਣ ਜਾਂਦੀ ਸੀ, ਯਾਨੀ ਬਹੁਤ ਜ਼ਿਆਦਾ ਪੇਜ ਬਣ ਜਾਂਦੇ ਸੀ, ਰਾਈਟ। ਸੋ ਇਸ ਕਰਕੇ ਕੀ ਕੀਤਾ ਗਿਆ ਵੀ ਹੁਣ ਮੈਥ ਦਾ ਵੀ ਸੋਲਿਊਸ਼ਨ ਵਿੱਚ ਹੀ ਪੈਦਾ ਕਰੂੰਗਾ, ਰੀਜ਼ਨਿੰਗ ਦਾ ਵੀ ਸੋਲਿਊਸ਼ਨ ਵਿੱਚ ਪੈਦਾ ਕਰੂੰਗਾ, ਕਿਉਂਕਿ ਆਬਵੀਅਸ ਗੱਲ ਹੈ ਇਹਨਾਂ ਨੂੰ ਐਕਸਪਲੇਨ ਕਰਨਾ ਪੈਂਦਾ।
एक्सप्लेनेशन वीडियो तो तुहानूं मिलनी ही मिलनी आ, आई नहीं मैं कहंदा भी आपां एक्सप्लेनेशन नहीं करनी, पर कई बार आपां नूं पूरे पेपर दे विच कोई 2 डाउट हुंदे, 1 डाउट हुंदा, राइट है। सो जेकर हरेक क्वेश्चन की एक्सप्लेनेशन नाल होगी तो तुहाडे वास्ते वो काम करूगी। चाहे तुसी ऑनलाइन भी कोर्स लवोगे, कदे ना कदे ऑनलाइन टेस्ट सीरीज आओगे, वो भी मैं ये चीज़ प्रोवाइड करवाऊँगा। आह ऑनलाइन बेस पर हो जाऊगा, इत्थे ऑफलाइन के ऑफलाइन बेस पर है, राइट। यानी कहने का मतलब सोल्यूशन के हर एक क्वेश्चन जो है वो एक्सप्लेनेशन होगी बस, राइट है। इस तरीके का चाहे सैक्शन वाइज, अगर सैक्शन वाइज के मान लो आप मॉडर्न हिस्टरी का टेस्ट लिया, 100 क्वेश्चन मॉडर्न हिस्टरी दिया, तो 100 के 100 क्वेश्चनों की एक्सप्लेनेशन होगी, तो सोल्यूशन वह जिमें ग्रुप बनया WhatsApp ग्रुप से, यानी तो उत्थे PDF वगैरह मिल जानी है। इस तो बाद आप जेकर करंट अफेयर की गल करिए तो करंट अफेयर तो हार्ड कॉपी के मिलता है, जोड़ा जिस महीने मान लो तुम एडमिशन ली है उस महीने तो करंट अफेयर मिलने लग जाऊगा, राइट। मंथली करंट अफेयर होंगे, जिमें फॉर एग्जाम्पल तुम जुलाई के एडमिशन लोगे तो जुलाई का करंट अफेयर हार्ड कॉपी के मिल जाऊगा, राइट। एंड करंट अफेयर बहुत 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 बेस्ट है। इस तो अलावा हम जेकर आप अगे गल करिए भी होर की मिलूगा, हम सैल्फ स्टडी जी मैं कहना कि सैल्फ स्टडी किमें करनी है, डेली तुहानूं कुछ असाइनमेंटां मिलणगीਆਂ जिहदे नाल आह सैल्फ स्टडी तुहाडी बहुत ज़्यादा वध जानी है, तुहानूं काम ही इन्ना दे देना, राइट। डेली असाइनमेंट दे विच की हुंदा गा भाई, तुहाडी इंग्लिश, ये इंग्लिश के तुहाडे 10 क्वेश्चन होंदे आ, इन्हां दे नाल एक्सप्लेनेशन पूरी दित्ती हुई है, यानी प्रॉपर तरीके दे नाल एक्सप्लेनेशन है जिहड़ी ओह प्रॉपर तरीके, जिवें एक क्वेश्चन मान लो फॉर एग्जाम्पल सिनोनिम है, तो वह सिनोनिम के नाल नाल जिहड़े होर वर्ड भी दिते उन्होंने भी एक्सप्लेन कर रखा, कोई पैराग्राफ है, कंप्रीहेंशन है, कोई क्लोज टेस्ट है, कोई फिलिंग दी ब्लैंक्स है, कोई प्रैपोजिशन है, कोई ईडियम फ्रेज है, कुछ भी है, यानी कहने का मतलब तो हर वैरायटी है, जो पुराने जवाक वो तो कर ही रहे हैं। सो बहुत वधिया तरीके 10 क्वेश्चन तुहानूं डेली जो मिलणगे तो अपने आप हफ्ते के 70 क्वेश्चन, महीने के 300 क्वेश्चन, बहुत वधिया, राइट। नाल एक्सप्लेनेशन है ताकि तुहाडा कोई भी डाउट ना रहे। इस तो अलावा करंट अफेयर हो गए, करंट अफेयर के भी प्रॉपर तरीके का न्यूज़ एनालिसिस है, राइट है, यानी प्रॉपर तरीके का सारा सोल्यूशन है, नाल की क्वेश्चन बन सकते हैं स्टैटिक जी के, वो सारा कुछ ये नाल मिलूगा। इस तरीके मैथ है, मैथ का भी जोड़ा है भाई वो एक्सप्लेनेशन सब नाल ही है, राइट। प्रॉपर तरीके एक्सप्लेन किया हुआ, सेम फॉर रीजनिंग, यानी ये 4 सबजैक्ट तुसीं हर रोज़ करने ही करने सैल्फ स्टडी। हुण इहदे विच तुसीं कहोगे भी GS क्यों नहीं लिखी, GS भी आप कर सकते सी, कारण की है कि जिहड़े तुहाडे फुल मॉक टेस्ट होणगे जां सैक्शनल टेस्ट होणगे, इहदे विच लगभग हर रोज़ GS के क्वेश्चन होंदे ही है, राइट, क्योंकि GS का कोई ना कोई टॉपिक का टेस्ट होगा ही होगा। तो GS तुहाडा डेली का काम आही जिहड़ा मैं तुहानूं पहलां दस के हटिया कि भाई डेली तुहाडे टेस्ट जिहड़े होणगे उहदे विच क्वेश्चन होणगे ही होणगे, बहुत वधिया। बस जिहड़ा बंदा रेगूलर रह गया तो प्रॉपर तरीके रिवीजन करता रहा, ये नहीं है भी कला टेस्ट ला के घरे जाके मरिया चला के मुड़ के टेस्ट देखिया ही नहीं, प्रॉपर तरीके एनालिसिस आप करना। जे मेरे को आना तो सैल्फ स्टडी करनी पैनी है, सैल्फ स्टडी के बिना कोई पेपर पार नहीं होता, सैल्फ स्टडी मस्ट है, राइट है। चलो खैर चाहे पुराने सुनते चाहे नवे, तो एक वो स्टूडेंट खास करके जो मैं फ्री बैच चलाया तो याद होगा पिछले साल एक्साइज वास्ते उदों काफ़ी स्टूडेंट आए थे, तो उस तो बाद ऑब्वियस गल है मैं छाटा छाटी करके जोड़े पढ़ते नहीं सी जोड़े रेगूलर नहीं सी उन्होंने मैं कढ़ता सी। जो वो सुन रहे हैं तो भाई कोई शर्म ना मनो, कोई चक्कर वाली गल नहीं, मैंने थोड़े दे विचों काफ़ियां दे मैसेज आ भी गए कि सर असीं आवांगे, सो कोई शर्म वाली गल नहीं, मैं हुण मोड़दा नहीं। बट प्रॉब्लम गल की है कि जेकर तुसीं ना पढ़ोगे तो भाई मैनूं मोड़ना पैना, चाहे तुसीं ये हुण भी जोड़े नवें भी सुन रहे हो तो भाई सीधी जी गल है, मेरा यह रिकॉर्ड रहा, चाहे तुसीं अपने सेंटर के आके पता भी कर लो, मेरा रिकॉर्ड यह रहा भी लगभग कैंडीडेट नूं मैं ऐ कह लो भी भजा दिना, राइट। हुण सीधी जी गल है, जेकर कोई धक्के नाल ऑब्वियस गल है, हुण कोई पैसे दिंदा पैसे उन्होंने मैं मोड़ भी दूंगा भी भाई आ चक आपदे पैसे तो आपदा जावड़ा, जे तू नहीं पढ़ रहा, जे पढ़ना बंदे वांगू तो चज नाल आ जाओ, नहीं तो भाई फिर पैसे ही वापस लै जाओ तो मुड़ जाओ आपदा, राइट। सो कहने का मतलब आह मस्ट है, क्योंकि इन्हां दे विचों भी टेस्ट होंदे आ, जिवें शेड्यूल मान लो आ तुहाडा 1 हफ्ते का इकट्ठा हो गया, तो 1 हफ्ते दे विच कदे भी टेस्ट का सरप्राइज हो सकता है, तो जे उहदे विच माड़े नंबर आउंदे तो भाई फिर भजाउणा ही पऊगा, राइट। इस करके शायद मे भी हो सकता कि आप थोड़े जे स्टूडेंट दे विचों भी वधिया सिलेक्शन ले लैंदे आ, ठीक है। सो कहने का मतलब जेकर भाई यार कुछ करना तो ऑब्वियस गल औखा भी होना पैना, सैल्फ स्टडी करनी पैनी है, कई स्टूडेंट ये तो भजदे बड़ा, राइट हो गया। चलो खैर तो बेसिकली ये मैं दसता। इस तो अलावा जेकर हुण मैं एड्रैस की गल करा तो भाई तुसीं ये जिहड़ा ऑब्वियस गल है भी हैड ऑफिस है जिहड़ा अपना वो स्ट्रीट नंबर 21/1A रेस अकैडमी ऑफिशियल नियर घोड़ा चौंक बठिंडा, तो बाकी ये गूगल कर लो भाई, जे तुहानूं कई बारी ना आपां क्योंकि सीधी जी गल है एवें मैं तुहानूं कहा कि मैं कोई बड़े बड़े पोस्टर नहीं ला रखे, राइट, जिहदे नाल तुहानूं अकैडमी बड़ी आसानी नाल मिल जूगी, तो सीधा गूगल कर लियो, गूगल तो तुहानूं एड्रैस मिल जूगा, राइट है, क्योंकि बड़े बड़े पोस्टर लाउण ते बहुत सारे पैसे लगते, तो वो आप पैसे पेपरों से लाने टेस्ट सीरीज़
ਇਸੇ ਕਰਕੇ ਹੀ ਆਪਣੀ ਵਧੀਆ ਚੱਲਦੀ ਆ, ਰਾਈਟ। ਸੋ ਕਹਿਣ ਦਾ ਮਤਲਬ ਕੀ ਹੈ ਕਿ ਪ੍ਰਮੋਸ਼ਨ ਤਾਂ ਆਪਣੇ ਆਪ ਹੋ ਜਾਂਦੀ ਜਦੋਂ ਸਿਲੈਕਸ਼ਨ ਹੋ ਜਾਂਦੀ ਆ। ਹੁਣ ਵੀ ਤੁਸੀਂ ਸ਼ਾਇਦ ਜਾਣ ਹੀ ਗਏ ਹੋਵੋਗੇ, ਠੀਕ ਹੈ। ਸੋ ਰੇਸ ਅਕੈਡਮੀ ਅਫੀਸ਼ੀਅਲ ਇੱਥੇ ਤੁਸੀਂ ਪਹੁੰਚਣਾਗੇ। ਇਹ ਹੈੱਡ ਆਫਿਸ ਆਪਣੇ 21/1 ਏ ਦੇ ਵਿੱਚ, ਤੇ ਜੇ ਕਲਾਸਰੂਮ ਜਿੱਥੇ ਟੈਸਟ ਹੋਊਗਾ ਉਹ 21/1 ਦੇ ਵਿੱਚ ਹੀ ਆ, ਯਾਨੀ ਉਸ ਤੋਂ ਅਗਲੀ ਗਲੀ ਆ, ਬਸ ਉਹ ਨੇੜੇ ਹੀ ਆ, ਨਾਲ ਹੀ ਆ, ਰਾਈਟ। ਯਾਨੀ ਕਹਿਣ ਦਾ ਮਤਲਬ ਕੀ ਆ ਕਿ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਟੈਸਟ ਆ ਉਹ ਇਸ ਐਡਰੈਸ ਤੇ ਆ ਕੇ ਲਗਾ ਸਕਦੇ ਹੋ। ਇਸ ਤੋਂ ਬਾਅਦ ਹੋਰ ਡਿਟੇਲ ਦੇ ਵਿੱਚ ਜੇਕਰ ਜਾਵਾਂ ਤਾਂ ਸਟਾਰਟ ਕਦੋਂ ਹੋਣਾ ਇਹ 3 ਜੁਲਾਈ ਤੋਂ 3 ਜੁਲਾਈ 2023 ਆ, ਜਿਸ ਦਿਨ ਤੁਹਾਡਾ ਸੋਮਵਾਰ ਯਾਨੀ ਮੰਡੇ ਆ। ਤੇ ਜਿਹੜਾ ਡੈਮੋ ਹੁੰਦਾ ਗਾ ਇੱਕ ਤਰੀਕੇ ਦਾ, ਹਾਲਾਂਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਡੈਮੋ ਤੇ ਆਵੇ ਕਿਉਂਕਿ ਬਹੁਤ ਸਾਰੇ ਟੈਸਟ ਆਸੇ-ਪਾਸੇ ਪਏ ਆ, ਤੁਸੀਂ ਰਿਵਿਊ ਲੈਣਾ ਵੈਸੇ ਹੀ ਦੇਖ ਸਕਦੇ ਹੋ, ਪਰ ਇਹ ਡੈਮੋ ਮੇਰੇ ਟੈਸਟ ਦਾ ਨਹੀਂ ਹੈਗਾ, ਡੈਮੋ ਤੁਹਾਡੇ ਟੈਸਟ ਦਾ। ਕੀ ਤੁਸੀਂ 2 ਘੰਟੇ ਭਾਈ ਆਪਣਾ ਬੈਠ ਕੇ ਟੈਸਟ ਲਾ ਸਕਦੇ ਹੋ? ਕੀ ਤੁਹਾਡਾ ਇੰਨਾ ਕੁ ਝੱਲ ਲੂਗਾ? ਵੀ ਕਹਿਣ ਦਾ ਮਤਲਬ ਵੀ ਅਸੀਂ ਜਿਵੇਂ ਓਬਵੀਅਸ ਗੱਲ ਆ ਸੈਲਫ ਸਟੱਡੀ ਵਾਲਾ, ਜਿਵੇਂ ਇਹ ਇੱਕ ਲਾ ਕੇ ਦੇਖ ਲਓ ਵੀ ਭਾਈ ਤੁਸੀਂ ਇੰਨਾ ਕੁ ਝੱਲ ਲਓਗੇ, ਤੁਹਾਨੂੰ ਬੈਠਣਾ ਪੈਣਾ, ਓਬਵੀਅਸ ਗੱਲ ਆ 2 ਘੰਟੇ ਪੇਪਰ ਪ੍ਰੋਪਰ ਦੇਣਾ ਪੈਣਾ, ਫਿਰ ਤੁਹਾਡੇ ਨੰਬਰ ਜਦੋਂ ਲਿਸਟ ਲੱਗੀ ਰੈਂਕ ਲਿਸਟ ਤੁਹਾਨੂੰ ਝੱਲਣਾ ਪੈਣਾ। ਕਹਿਣ ਦਾ ਮਤਲਬ ਜੇਕਰ ਝੱਲ ਲਓਗੇ ਤਾਂ ਇਹ ਡੈਮੋ ਤੁਹਾਡੇ ਵਾਸਤੇ, ਮੇਰੇ ਵਾਸਤੇ ਨਹੀਂ। ਮੇਰਾ ਡੈਮੋ ਤਾਂ YouTube ਤੇ ਬਹੁਤ ਪਿਆ ਗਾ, ਓਬਵੀਅਸ ਗੱਲ ਆ ਤੁਸੀਂ ਦੇਖ ਸਕਦੇ ਹੋ, ਰਾਈਟ। ਬਹੁਤ ਸਾਰੇ ਐਫਰਟ ਲੱਗਦੇ, ਇਸ ਕਰਕੇ ਇੱਕ ਡੈਮੋ ਮੈਂ ਰੱਖਤਾ, ਰਾਈਟ। ਤੁਸੀਂ ਆਪਦਾ ਆ ਕੇ ਇੱਕ ਇਨਵਾਇਰਨਮੈਂਟ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੇਪਰ ਹੁੰਦਾ, ਤੇ ਜਾਂ ਅਸੀਂ ਇਸ ਤਰੀਕੇ ਦੇ ਨਾਲ ਇਸ ਇਨਵਾਇਰਨਮੈਂਟ ਦੇ ਵਿੱਚ ਟੈਸਟ ਦੇ ਸਕਦੇ ਹਾਂ ਕਿ ਨਹੀਂ, ਯਾਨੀ ਤੁਹਾਡਾ ਡਿਸੀਜਨ ਹੋ ਜਾਊਗਾ। ਐਂਡ ਕੰਪਲੀਟ ਫੀਸ ਜਿਹੜੀ ਹੈਗੀ ਕਿ ਭਾਈ 1200 ਰੁਪਇਆ ਮਹੀਨਾ, ਚਾਹੇ ਕੋਈ ਪੁਰਾਣਾ ਨਵਾਂ, ਇਹ ਸਾਰੀ ਫੀਸ ਹੁਣ ਮੈਂ ਇੱਕ ਹੀ ਕਰਤੀ 1200 ਰੁਪਇਆ ਮਹੀਨਾ, ਰਾਈਟ। ਸੋ ਇਹ ਪਰ ਮੰਥ ਦੀ ਫੀਸ ਹੈ। ਆਬਵੀਅਸ ਗੱਲ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਕੀ ਕੁਝ ਮਿਲੂਗਾ, ਚਾਹੇ ਉਹ ਫਿਰ ਡੇਲੀ ਅਸਾਈਨਮੈਂਟਸ ਆ, ਚਾਹੇ ਮੈਗਜ਼ੀਨ ਹੈ, ਚਾਹੇ ਕੁਝ ਵੀ, ਯਾਨੀ ਕਿ ਤੁਹਾਨੂੰ ਮੈਂ ਸਾਰਾ ਕੁਝ ਦੱਸਿਆ। ਆਹ ਜਿਵੇਂ 4 ਚੀਜ਼ਾਂ ਨਾਲ ਤੁਹਾਨੂੰ ਮੈਂ ਜਿਵੇਂ ਮੈਗਜ਼ੀਨ ਦੀ ਹਾਰਡ ਕਾਪੀ ਦੱਸੀ ਆ ਡੇਲੀ ਤੁਹਾਡੇ ਪੇਪਰ ਹੋਣੇ ਹੀ ਹੋਣੇ, ਤੇ ਜਿਹੜਾ ਸੋਲੂਸ਼ਨ ਤੁਹਾਨੂੰ ਮੈਂ ਮਿਲਣਾ ਹੀ ਮਿਲਣਾ, ਰਾਈਟ। ਜਿਵੇਂ ਮੈਥ ਵਗੈਰਾ ਹੋ ਗਿਆ, ਕਿਉਂਕਿ ਮੈਂ ਇਹ ਸੇਮ ਚੀਜ਼ ਆਨਲਾਈਨ ਦੇ ਵਿੱਚ ਵੀ ਲਾਂਚ ਕਰੂੰਗਾ, ਜਿਵੇਂ ਮੈਥ ਵਗੈਰਾ ਹੋ ਗਿਆ, ਇਹ ਸਾਰਾ ਮੈਂ ਵੀਡੀਓ ਯਾਨੀ ਡਿਸਕਸ਼ਨ ਵਗੈਰਾ ਕਰੂੰਗਾ। ਬਾਕੀ ਆਫਲਾਈਨ ਦੇ ਵਿੱਚ ਤਾਂ ਮੈਂ ਅਵੇਲੇਬਲ ਵੀ ਹੁੰਨਾ, ਤਾਂ ਕੋਈ ਡਾਊਟ ਵਗੈਰਾ ਹੁੰਦਾ ਤਾਂ ਪੁੱਛ ਵੀ ਸਕਦੇ ਹੋ, ਕੋਈ ਐਸੀ ਵੈਸੀ ਗੱਲ ਨਹੀਂ ਹੈਗੀ, ਰਾਈਟ। ਸੋ ਬੇਸਿਕਲੀ ਹਾਲਾਂਕਿ ਡਾਊਟ ਕੋਈ ਰਹਿੰਦਾ ਨਹੀਂ, ਬਸ ਐਂ ਕਹਿ ਲਓ ਵੀ ਡਾਊਟ ਆਪਾਂ ਕੋਈ ਰਹਿਣ ਨਹੀਂ ਦੇਣਾ। ਬਹੁਤ ਸਾਰਾ ਕੁਝ ਇੰਪਰੂਵਮੈਂਟ, ਜਿਵੇਂ ਕਹਿੰਦੇ ਨੇ ਬੰਦੇ ਨੂੰ ਇੰਪਰੂਵਮੈਂਟ ਕਰਦੇ ਰਹਿਣਾ ਚਾਹੀਦਾ। ਤਾਂ ਜਿਹੜੀਆਂ ਪੁਰਾਣੀਆਂ ਟੈਸਟ ਸੀਰੀਜ਼ ਸੀਗੀਆਂ ਬੇਸਿਕਲੀ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ, ਬਹੁਤ ਕੋਈ ਕਮੀਆਂ ਵੀ ਰਹਿੰਦੀਆਂ, ਓਬਵੀਅਸ ਗੱਲ ਆ। ਜੇਕਰ ਕਮੀਆਂ ਨਾ ਹੋਣ, ਹਰ ਚੀਜ਼ ਤੋਂ ਕੋਈ ਚੀਜ਼ ਪਰਫੈਕਟ ਨਹੀਂ ਹੋ ਸਕਦੀ, ਰਾਈਟ। ਤਾਂ ਮੈਂ ਉਸ ਕਮੀਆਂ ਤੇ ਕੰਮ ਹੋਰ ਕਰਦਾ ਰਹਿਣਾ ਵੀ ਤਾਂ ਕਿ ਆਪਾਂ ਜਦੋਂ ਕੋਈ ਨਵੇਂ ਸਟੂਡੈਂਟ ਆਉਂਦੇ ਨਾ ਤਾਂ ਦਬਾਅ ਹੋਰ ਪੈਂਦਾ ਵੀ, ਕਿਉਂਕਿ ਟਰਸਟ ਬਣਦਾ। ਕਿਉਂਕਿ ਹੁਣ ਮੈਨੂੰ ਪਤਾ ਵੀ ਬਹੁਤ ਜਵਾਕ ਆ ਹੁਣ ਜਿਹੜੇ ਰਿਜ਼ਲਟ ਦੇਖ ਕੇ ਕਹਿ ਲਓ, ਹਾਲਾਂਕਿ ਇਹ ਚੰਗੀ ਗੱਲ ਕਹਿ ਲਓ ਮਾੜੀ ਗੱਲ ਕਹਿ ਲਓ, ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਐਵੇਂ ਆਉਣਾ ਚਾਹੀਦਾ। ਰਿਜ਼ਲਟ ਦੇਖ ਕੇ ਕਿਤੇ ਕੰਟੈਂਟ ਦੇਖ ਕੇ ਆਓ, ਮੈਨੂੰ ਪੜਾਉਂਦੇ ਨੂੰ ਦੇਖੋ, ਰਾਈਟ। ਮੇਰੇ ਟੈਸਟ ਦੇਖੋ, ਤਾਂ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਉਸ ਟੈਸਟ ਦੀ ਕਿੰਨੀ ਵੈਲਿਊ ਹੈ, ਰਾਈਟ। ਸੋ ਸੈਲਫ ਸਟੱਡੀ ਕਰਨੀ ਆ, ਆਪ ਪੜ੍ਹਨਾਗਾ, ਆਪ ਭੱਜਣ ਲਈ ਤਿਆਰ ਹੋ, ਆਪ ਕਰਨ ਲਈ ਤਿਆਰ ਹੋ, ਸਭ ਬੇਸਿਕਲੀ ਇਸ ਟੈਸਟ ਸੀਰੀਜ਼ ਤੁਸੀਂ ਜੁਆਇਨ ਕਰ ਸਕਦੇ ਹੋ। ਮੈਂ ਸਾਰੀ ਡਿਟੇਲ ਸਮਝਾਤੀ, ਹਾਲਾਂਕਿ ਮੈਂ ਇਹਨੂੰ ਇਹੀ ਸਮਝਾਉਣ ਦੇ ਵਿੱਚ ਇੰਨਾ ਜ਼ਿਆਦਾ ਆਪਣੇ ਆਪ ਨੂੰ ਝੋਕਣਾ ਪੈਂਦਾ ਵੀ ਹਰ ਇੱਕ ਦੇ ਪੱਲੇ ਪੈ ਜੇ ਗੱਲ ਕਿ ਭਾਈ ਹਾਂ ਇਹ ਟੈਸਟ ਸੀਰੀਜ਼ ਕਿੰਨੀ ਜ਼ਿਆਦਾ ਇੰਪੋਰਟੈਂਟ ਆ, ਤੇ ਮੈਨੂੰ ਨਹੀਂ ਲੱਗਦਾ ਭਾਈ ਇਸ ਤੋਂ ਵਧੀਆ ਤੁਹਾਨੂੰ ਕੰਟੈਂਟ ਕੋਈ ਵੀ ਹੋਰ ਪ੍ਰੋਵਾਈਡ ਕਰਵਾ ਸਕਦਾ। ਜਿੰਨਾ ਮੈਂ ਮੱਥਾ ਮਾਰਦਾ, ਇਸ ਤੋਂ ਕਿਤੇ ਦੁੱਗਣਾ ਚੌਗਣਾ ਹੋਰ ਮੱਥਾ ਮਾਰਨ ਦੀ ਮੈਂ ਕੋਸ਼ਿਸ਼ ਕਰੂੰਗਾ। ਤੇ ਆਹ ਟੈਸਟ ਸੀਰੀਜ਼ ਤੁਸੀਂ ਜਲਦੀ ਤੋਂ ਜਲਦੀ ਜੁਆਇਨ ਕਰ ਸਕਦੇ ਹੋ। ਤੇ ਰਜਿਸਟ੍ਰੇਸ਼ਨ ਸਟਾਰਟ ਆ ਭਾਈ, ਆਹ ਵੀਡੀਓ ਪੈ ਚੁੱਕੀ ਹੈ YouTube ਤੇ, ਬਸ ਐਂ ਕਹਿ ਲਓ ਵੀ ਤੁਸੀਂ ਦੇਖ ਰਹੇ ਹੋ ਤਾਂ ਰਜਿਸਟ੍ਰੇਸ਼ਨ ਸਟਾਰਟ ਆ। ਜਿਹੜਾ ਪਹਿਲਾਂ ਹਾਂ ਅੱਛਾ ਟਾਈਮਿੰਗ ਸਭ ਤੋਂ ਇੰਪੋਰਟੈਂਟ, ਟਾਈਮਿੰਗ। ਜੇ ਮੰਨ ਲਓ ਹੁਣ ਤੁਹਾਨੂੰ ਟਾਈਮਿੰਗ ਦਾ ਇਸ਼ੂ ਆਊਗਾ ਵੀ ਹੁਣ ਫੋਰ ਐਗਜ਼ਾਮਪਲ ਮੰਨ ਲਓ ਵੀ ਸਰ ਸਵੇਰੇ ਲੈ ਲਓ ਸ਼ਾਮ ਨੂੰ, ਦੇਖੋ ਭਾਈ ਟਾਈਮਿੰਗ ਆ ਜਿਹੜੀ ਉਹ ਇੱਕ ਹੈ ਜਿਹੜੀ ਕਿ ਪਹਿਲਾਂ ਆਲਰੇਡੀ ਚੱਲ ਹੀ ਰਹੀ ਹੈ। ਜਿਹੜੇ ਪੁਰਾਣੇ ਸਟੂਡੈਂਟ ਆ ਦੇਖੋ ਤਾਂ ਇਹ ਟਾਈਮਿੰਗ ਜਿਹੜੀ ਹੁੰਦੀ ਹੈ 9:30 ਤੋਂ ਲੈ ਕੇ 11:30। ਹਾਲਾਂਕਿ ਇਹ ਟਾਈਮਿੰਗ ਹੁਣ ਮੈਂ ਚੇਂਜ ਕਰਤੀ, ਯਾਨੀ ਤੁਸੀਂ ਐਂ ਕਹ ਲਓ ਵੀ 9 ਵਜੇ ਤੋਂ ਲੈ ਕੇ ਤੁਹਾਡਾ ਪਹਿਲਾ ਪੇਪਰ 11 ਵਜੇ ਤੱਕ ਹੋਣਾ। ਤੇ ਉਸ ਤੋਂ ਬਾਅਦ ਜੇ ਐਸਾ ਹੁੰਦਾ ਕਿ ਕੋਈ ਸਟੂਡੈਂਟ ਰਹਿ ਗਿਆ ਜਾਂ ਕੋਈ ਸਟੂਡੈਂਟ ਨਹੀਂ ਆ ਸਕਦਾ ਤਾਂ ਭਾਈ ਫਿਰ 12 ਤੋਂ 2 ਤੇ ਜੇ ਇਸ ਤੋਂ ਬਾਅਦ ਵੀ ਕੋਈ ਸਟੂਡੈਂਟ ਰਹਿੰਦਾ ਤਾਂ ਫਿਰ 3 ਤੋਂ 5, ਠੀਕ ਹੈ। ਤਾਂ ਆਹ ਸਾਰੇ ਸਲੋਟ ਮੈਂ ਤੁਹਾਨੂੰ ਦੱਸਤੇ, 9 ਤੋਂ 11, 2 ਤੋਂ 12 ਤੋਂ 2, 3 ਤੋਂ 5, ਇਹ 3 ਸਲੋਟ ਆ। ਤਿੰਨੇ ਸਲੋਟ ਜਿਹੜੀ ਵੀ ਤੁਹਾਡੀ ਆਪਣੀ ਫੇਵਰੇਟ ਸਲੋਟ ਆ ਭਾਈ ਆਪਣੇ ਆਪ ਐਡਮਿਸ਼ਨ ਲੈ ਸਕਦੇ ਹੋ। ਟੈਸਟ ਤੁਸੀਂ ਇਹਨਾਂ ਸਲੋਟਸ ਦੇ ਵਿੱਚ ਜਦੋਂ ਮਰਜ਼ੀ ਦੇ ਸਕਦੇ ਹੋ, ਰਿਜ਼ਲਟ ਤੁਹਾਡਾ ਕੰਬਾਈਨਡ ਹੀ ਆਊਗਾ, ਰਾਈਟ। ਸੋ ਭਾਈ ਘੱਟ ਹੋਣ ਵੱਧ ਹੋਣ ਉਹਦੇ ਨਾਲ ਕੋਈ ਮੈਟਰ ਨਹੀਂ ਕਰਦਾ ਹੁੰਦਾ, ਮੈਟਰ ਕਰਦਾ ਹੁੰਦਾ ਵੀ ਜਿਹੜੇ ਆ ਗਏ ਉਹਨਾਂ ਨੂੰ ਸਿਲੈਕਟ ਕਰਵਾਉਣਾ, ਤੇ ਉਹਦੇ ਤੇ ਮੇਰਾ ਪੂਰਾ ਜ਼ੋਰ ਰਹਿੰਦਾ। ਕੱਲੇ ਸਟੂਡੈਂਟ ਨਾਲ ਮੇਰੀ ਗੱਲਬਾਤ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਰਹਿੰਦੀ ਹੈ, ਤੇ ਮੈਂ ਪੁਸ਼ ਕਰਦਾ ਰਹਿਣਾ ਕਿ ਭਾਈ ਉਹ ਹੋਰ ਵਧੀਆ ਤਰੀਕੇ ਦੇ ਨਾਲ ਪੜ੍ਹੇ ਤੇ ਕਿਵੇਂ ਇੰਪਰੂਵਮੈਂਟ ਕਰ ਸਕਦਾ। ਬਾਕੀ ਜੋ ਵੀ ਬਿਮਾਰੀ ਹੁੰਦੀ ਹੈ ਡਾਕਟਰ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਉਹਦੇ ਕੋਲੇ ਆਓਗੇ, ਐਂਡ ਉਸ ਦੇ ਨਾਲ ਜੋ ਉਹ ਤੁਹਾਨੂੰ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਪੇਪਰ ਹੋ ਗਿਆ, ਪੇਪਰ ਦੇ ਵਿੱਚ ਜਦੋਂ ਤੁਹਾਡੇ ਮਾਰਕਸ ਆਏ ਤਾਂ ਮੈਨੂੰ ਫੇਰ ਹੀ ਪਤਾ ਲੱਗੂਗਾ ਕਿ ਕਿੱਥੇ ਕਮੀ ਆ। ਇੱਕ ਹਫ਼ਤੇ ਦੇ ਵਿੱਚ ਮੈਨੂੰ ਪਤਾ ਲੱਗ ਜਾਂਦਾ ਲਗਭਗ ਹਰ ਸਟੂਡੈਂਟ ਦਾ ਵੀ ਇਹਦੀ ਕਿੱਥੇ ਕਮੀ ਆ ਰਹੀ ਆ, ਫਿਰ ਉਸ ਤਰੀਕੇ ਦੇ ਨਾਲ ਉਹਨੂੰ ਦਵਾ ਦਾਰੂ ਯਾਨੀ ਗਾਈਡ ਕੀਤਾ ਜਾਂਦਾਗਾ, ਰਾਈਟ। ਸੋ ਇਹ ਭਾਈ ਸਾਰਾ ਪਲਾਨ ਆ। ਜੇ ਤੁਹਾਨੂੰ ਵਧੀਆ ਲੱਗਦਾਗਾ ਤਾਂ ਤੁਸੀਂ ਬਠਿੰਡੇ ਪਹੁੰਚ ਸਕਦੇ ਹੋ। ਜੇ ਮੰਨ ਲਓ ਕੋਈ ਹੈਗੇ ਆ ਕਿ ਮੈਨੂੰ ਕਮੈਂਟ ਤਾਂ ਆਉਣ ਲੱਗ ਜਾਣਗੇ ਕਿ ਸਰ ਪਲੀਜ਼ ਇਹ ਆਨਲਾਈਨ ਵੀ ਕਰ ਦਿਓ, ਭਾਈ ਇਹ ਆਨਲਾਈਨ ਵੀ 3 ਜੁਲਾਈ ਤੋਂ ਹੀ ਸਟਾਰਟ ਹੈ।
3 ਜੁਲਾਈ ਤੋਂ ਆਨਲਾਈਨ ਵੀ ਸਟਾਰਟ ਆ। ਹਾਂ ਹੋ ਸਕਦਾ ਕਿ ਆਫਲਾਈਨ ਨਾਲੋਂ ਇਹਦੇ ਵਿੱਚ ਪੇਪਰ ਵੱਖਰੇ ਹੋਣ, ਰਾਈਟ। ਪਰ ਹਾਂ ਇੱਕ ਸ਼ਡਿਊਲ ਤੁਹਾਨੂੰ ਮੈਂ ਆਨਲਾਈਨ ਵਾਲਾ ਵੀ ਦਊਂਗਾ, ਆਨਲਾਈਨ ਤੇ ਵੀ ਮੈਂ ਫੋਕਸ ਉਵੇਂ ਹੀ ਰੱਖੂੰਗਾ। ਪਰ ਗੱਲ ਫਿਰ ਉੱਥੇ ਆ ਜਾਂਦੀ ਵੀ ਕਾਲ ਤਾਂ ਤੁਹਾਨੂੰ ਕਰਨੀ ਪੈਣੀ ਆ। ਹੁਣ ਜੇ ਤੁਸੀਂ ਇਹ ਸੋਚੋ ਵੀ ਕਾਲ ਵੀ ਤੁਹਾਨੂੰ ਮੈਂ ਕਰਾਂ ਕੱਲੇ ਸਟੂਡੈਂਟ ਨੂੰ, ਇੰਨੇ ਸਟੂਡੈਂਟ ਹੋ ਜਾਂਦੇ ਕਿ ਕਾਲ ਮੇਰੇ ਵੱਸ ਦੀ ਗੱਲ ਨਹੀਂ ਰਹਿੰਦੀ। ਹਾਲਾਂਕਿ ਅੱਜ ਵੀ ਜਿਵੇਂ ਹੁਣ ਬਹੁਤ ਸਾਰੀਆਂ ਕਾਲਾਂ ਆਉਂਦੀਆਂ, ਕਈ ਵਿਚਾਰੇ ਰਹਿ ਗਏ ਹੋਣਗੇ, ਉਹਨਾਂ ਵਾਸਤੇ ਮੈਂ ਮਾੜਾ ਬਣ ਗਿਆ। ਜਿਨ੍ਹਾਂ ਨਾਲ ਮੇਰੀ ਅੱਧਾ ਪੌਣਾ ਘੰਟਾ ਗੱਲ ਵੀ ਹੋ ਗਈ, ਉਹਨਾਂ ਵਾਸਤੇ ਮੈਂ ਬਹੁਤ ਚੰਗਾ ਹੋ ਗਿਆ। ਤਾਂ ਸਿੱਧੀ ਜਿਹੀ ਗੱਲ ਆ, ਹਰ ਕੋਈ ਪਰਫੈਕਟ ਨਹੀਂ ਹੁੰਦਾ, 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਇਸੇ ਤਰੀਕੇ ਦੇ ਨਾਲ ਹੋ ਸਕਦਾ ਭਾਈ ਮੇਰਾ ਇੱਕ ਜਿਹੜਾ ਇਹ ਮੈਂ ਜਿਹੜੀ ਚੀਜ਼ਾਂ ਬੋਲਦਾ ਬੇਸਿਕਲੀ, ਤਾਂ ਇਹ ਹੋ ਸਕਦਾ ਹਰ ਇੱਕ ਦੇ ਨਾਲ ਉਵੇਂ ਨਾ ਹੁੰਦਾ ਹੋਵੇ। ਆਫਲਾਈਨ ਦੇ ਵਿੱਚ ਇਹ ਚੀਜ਼ਾਂ ਪੋਸੀਬਲ ਹੁੰਦੀਆਂ ਕਿਉਂਕਿ ਮੇਰੇ ਸਟੂਡੈਂਟ ਸਾਹਮਣੇ ਹੁੰਦੇ ਆ, ਰਾਈਟ। ਸੋ ਚਲੋ ਆਨਲਾਈਨ ਦੇ ਵਿੱਚ ਵੀ ਕਰਾਂਗੇ ਆਪਾਂ, ਉਹਦੀ ਮੈਂ ਅਲੱਗ ਤੋਂ ਵੀਡੀਓ। ਤੇ ਬਾਕੀ ਹੁਣ ਬਹੁਤ ਹੋ ਗਿਆ, ਚਾਹੇ PPSC ਵੀ ਲਾਂਚ ਕਰਤਾ, PTPS ਵੀ ਲਾਂਚ ਕਰਤਾ, ਇਹ ਵੀ। ਤੇ ਹੁਣ ਤੋਂ ਭਾਈ ਪੜ੍ਹਾਈ ਜਿਹੜੀ ਹੈਗੀ ਚਾਲੂ, ਕੱਲ੍ਹ ਤੋਂ ਤੁਹਾਨੂੰ ਪੜ੍ਹਾਈ ਦੀਆਂ ਵੀਡੀਓਜ਼ ਆ ਜਿਹੜੀਆਂ ਉਹ ਮਿਲਣ ਲੱਗ ਜਾਣਗੇ। ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ, ਬਾਬਾ ਨਾਨਕ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਆਪਾਂ ਜਲਦੀ ਮਿਲਦੇ ਹਾਂ ਬਠਿੰਡੇ ਸੈਂਟਰ ਦੇ ਵਿੱਚ। ਜੇਕਰ ਤੁਸੀਂ ਆਉਣਾ ਚਾਹੁੰਦੇ ਤਾਂ ਜਲਦੀ ਤੋਂ ਜਲਦੀ ਆ ਜਾਓ, ਐਂਡ ਆਫਲਾਈਨ ਦੇ ਵਿੱਚ ਟੈਸਟ ਜਿਹੜੇ ਹੈਗੇ ਉਹ ਲਗਾਉਣ ਲੱਗ ਜਾਓ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ, ਰੱਬ ਰੱਖਾ।